हाँ जी, ਤਾਂ ਉੱਥੇ I1 ਤੇ I2 ਦਾ ਤੁਹਾਡੇ ਕੋਲੇ ਕੀ ਹੈ ਰਿਲੇਸ਼ਨ ਆ ਗਿਆ ਸੀ ਲਾਸਟ ਵਰਡ ਨਿਊਮੈਰੀਕਲ ਦੇ ਵਿੱਚ, ਤੇ ਉਥੋਂ ਤੁਸੀਂ ਕੀ I1 ਦੀ ਵੈਲਿਊ ਕੈਲਕੂਲੇਟ ਕਰ ਸਕਦੇ ਹੋ ਤੇ ਫਿਰ ਪੋਟੈਂਸ਼ੀਅਲ ਡ੍ਰੌਪ ਫਾਈਂਡ ਕਰ ਲਓਗੇ ਅਕ੍ਰੋਸ B ਐਂਡ C। ਨੈਕਸਟ ਨਿਊਮੈਰੀਕਲ ਵੱਲ ਚੱਲਦੇ ਹਾਂ ਜੀ। ਨਿਊਮੈਰੀਕਲ ਨੰਬਰ 5th, फाइव नंबर न्यूमेरिकल। ਇਹਦੇ ਵਿੱਚ ਵੀ ਸਾਨੂੰ ਇੱਕ ਰੈਜ਼ਿਸਟੈਂਸ ਦੇ ਕੰਬੀਨੇਸ਼ਨ ਦਾ ਸਰਕਟ ਦਿੱਤਾ ਹੋਇਆ ਹੈ। ਇਦਾਂ ਦੇ ਆਪਾਂ ਨੂੰ ਰੈਜ਼ਿਸਟੈਂਸ ਗਿਵਨ ਨੇ। This is a point B and this is a point A. All the resistance are 10 ohm. जिन्ने भी resistance ने इन्ना दी भी value हो 10 ohm। सानू पूछे की है, सानू पूछे equivalent resistance find करना between two endpoints A। ਇਹੋ ਜਿਹੇ ਕੁਐਸਚਨ ਨੂੰ ਜਦੋਂ ਅਸੀਂ ਸੋਲਵ ਕਰਨਾ ਹੋਵੇ ਤਾਂ ਇਹਨੂੰ ਕੀ ਹੈ ਬ੍ਰੇਕ ਕਰ ਲਿਆ ਕਰੋ। ਜਿਵੇਂ E ਪੁਆਇੰਟ ਆ ਨਾ, E ਪੁਆਇੰਟ ਤੇ ਦੇਖੋ ਆ ਜਿਹੜਾ ਕੀ ਹੈ E ਵਾਲਾ ਪੁਆਇੰਟ, ਇੱਥੋਂ ਸਰਕਟ ਨੂੰ ਵੀ ਬ੍ਰੇਕ ਕਰ ਲਓ ਤਾਂ ਇਹ ਤੁਹਾਡੇ ਕੋਲ ਫਿਰ ਸਿੰਪਲ स्ट्रक्चर बन जाएगी रेजिस्टेंस the combination this is one number resistance, second and then 10 ohm, 10 ohm, and here is a 10 ohm and this is also 10 ohm, this is also 10, 10 10। इस तरीके नाल ਅਸੀਂ ਇਹਨੂੰ ब्रेक कर सकते हैं। देखो बच्चे 10 10 सीरीज आके मतलब 20, that means in a equivalent A भी 20 हो जाएगा। that means ਅਸੀਂ ਜਦੋਂ ਇਹਨੂੰ ਸੋਲਵ ਕਰਾਂਗੇ ਤੇ ਇੱਕ ਰੈਜ਼ਿਸਟੈਂਸ ਮੈਂ ਲਗਾਤਾ ਇਹਨਾਂ ਦੋਨੋਂ ਨੂੰ ਸੋਲਵ ਕਰਕੇ, that is 20, this is a 10, this is also 10 10। ਇਹਨਾਂ ਦੋ ਨੂੰ ਸੋਲਵ ਕਰਾਂਗੇ ਫਿਰ ਵੀ ਕਿੰਨਾ ਰੈਜ਼ਿਸਟੈਂਸ ਆਏਗਾ, that is 20। ਨਾਓ ਜਿਹੜੇ 10 ਤੇ 20 ਦੇ ਰੈਜ਼ਿਸਟੈਂਸ ਨੇ ਦੋਨੇ ਕੱਚ ਨੇ ਪੈਰਲਲ ਚ, ਫਿਰ ਸਾਰਾ ਸਰਕਟ ਕੱਚ ਹੈ ਸੀਰੀਜ਼ ਚ A B। ਇਸ ਤੋਂ ਬਾਅਦ here is a 10 ohm, 10 ਤੇ 20 ਦਾ ਇੱਥੇ ਨੈਟ ਰੈਜ਼ਿਸਟੈਂਸ ਲੱਗੂਗਾ। this is the point B and this is the point A। देखो पैरेलल ਚ ਨੇ 10 ਤੇ 20 ਤਾਂ ਦੋਨੋਂ ਨੂੰ ਮਲਟੀਪਲਾਈ ਕਰੋ अपॉन दोनों प्लस करो तो कितना आएगा, this is 20/3 तो बचे आगे 20/3 ਤੇ ਹੁਣ ਤਿੰਨੇ ਕੱਚ ਨੇ ਸੀਰੀਜ਼ ਚ, ਤਿੰਨੇ ਸੀਰੀਜ਼ ਨੇ ਇਹਨਾਂ ਦਾ ਇਕੁਇਵਲੈਂਟ ਸਰਕਟ B ਪੁਆਇੰਟ ਇਹ ਸਾਡੇ ਕੋਲ ਹੈਗਾ 20 ohm। देखो ਤਿੰਨੇ ਸੀਰੀਜ਼ ਨੇ ਤੇ ਇਹਨਾਂ ਦਾ ਜਿਹੜਾ ਨੈਟ ਰੈਜ਼ਿਸਟੈਂਸ ਹੈ ਸੀਰੀਜ਼ ਦਾ ਉਹ ਕਿੰਨਾ ਹੋਗਾ 10 + 10 + 20/3 that means 20 + 20/3 as the LCM लगा कितना आएगा ये 60, that is 80/3 ठीक है 80/3 दोनों का नेट रेजिस्टेंस पैरेलल का कर दो बस RP, that is 80/3 into 20 upon 80/3 plus which is सॉल्व करांगे कितना आएगा 1600 upon 3 इधर LCM लगाओगे तो ये बन जाएगा 60 and 60 80 140 140/3 जो 3/140 कैंसल कैंसल ये बचे आ गया अपने को 80 आ गया अपने को 7, that is 80/7। ऑप्शन नंबर C
is our right answer, that is 80/7 ohm. Next question ਕੀ ਹੈ ਜੀ, ਬਹੁਤ ਸਿੰਪਲ ਕੁਐਸਚਨ ਨੇ, ਅਗਰ ਅਸੀਂ ਇਸ ਨੂੰ ਥੋੜਾ ਜਿਹਾ ਵੀ ਧਿਆਨ ਨਾਲ ਦੇਖਦੇ ਹਾਂ, ਬਹੁਤ ਈਜ਼ੀ ਕੁਐਸਚਨ ਹੈ। ਜਿਵੇਂ 57 ਮਤਲਬ ਆਪਣਾ ਜੋ ਨੈਕਸਟ 6th ਕੁਐਸਚਨ ਤੁਸੀਂ ਮੰਨ ਲਓ, ਇਹਦੇ ਵਿੱਚ ਕੀ ਹੈ, ਸਾਨੂੰ ਇੱਕ ਸਰਕਲ ਦੀ ਫਾਰਮ ਦੇ ਵਿੱਚ ਰੈਜ਼ਿਸਟੈਂਸ ਦਿੱਤੇ ਹੋਏ ਨੇ। ਇਹੋ ਜਿਹੇ ਕੁਐਸਚਨਸ ਕਾਫੀ ਇੰਪੋਰਟੈਂਟ ਹੁੰਦੇ ਨੇ। ਫਿਰ ਇੱਕ ਇਹਦਾ ਡਾਇਆਮੀਟਰ ਹੈ, ਫਿਰ ਇੱਕ ਇਹਦਾ ਆਪਣਾ ਡਾਇਆਮੀਟਰ, ਠੀਕ ਹੈ ਜੀ। ਤਾਂ ਆਪਾਂ ਨੂੰ ਕਹਿ ਕੀ ਰਹੇ ਨੇ, ਆਰ ਪੁਆਇੰਟ A है, this is B, that means these are the end points, ठीक है। here is a resistance, I का resistance है, here is also resistance, here is also resistance, here is also resistance, here is also resistance। इस तरीके ਦੇ ਨਾਲ ਇਹਦੇ ਵਿੱਚ ਕੀ ਹੈ, resistances जुड़े हुए इस point, and we have to find the value of net resistance across these points। this सारे दी बचे जो value है, that is small r, is small r। ਇਹੋ ਜਿਹੇ ਕੁਐਸਚਨਸ ਨੂੰ ਟੈਕਨੀਕ ਸੋਲਵ ਕਰਨ ਦੀ ਟੈਕਨੀਕ ਵੀ ਕੀ ਹੈ ਕਿ ਸੈਂਟਰ ਵਾਲੇ ਪਾਰਟ ਤੋਂ ਇਸ ਸਰਕਲ ਨੂੰ ਡਿਵਾਈਡ ਕਰ, ਜਦੋਂ ਇਹਨੂੰ ਬ੍ਰੇਕ ਕਰੋਗੇ ਤਾਂ ਇਹ ਕੀ ਹੋਏਗਾ, मतलब मैं इसे स्ट्रक्चर से ब्रेक करके दिखा करना है कि ए वाला जो रेजिस्टेंस है, दिस वन, एंड सेकंड इज दिस वन, आर इस तरीके दे नाल, दिस रेजिस्टेंस एंड दिस रेजिस्टेंस, इस तरीके नाल ये ब्रेक हो जाएंगे। जो बच्चे ब्रेक होंगे ਤਾਂ ਦੇਖੋ ਜਿਹੜੇ ਆਹ ਵਾਲੇ ਦੋ ਰੈਜ਼ਿਸਟੈਂਸ ਨੇ ਇਹ ਕਾਚ ਆ ਜਾਣਗੇ, ਦੇਖੋ ਆ ਦੋਨੇ ਕਾਚ ਨੇ ਸੀਰੀਜ਼ ਚ, ਫਿਰ ਇਹਦੇ ਨਾਲ ਕੀ ਆ ਜਾਣਗੇ ਪੈਰਲਲ ਚ। ਤਾਂ ਜੇ ਆਪਾਂ ਇਹਦਾ ਨਿਊ ਡਾਇਗਰਾਮ ਇਹਦੀ ਜੇ ਪਲਾਟ ਕਰੀਏ ਤਾਂ ਕੁਝ ਇਦਾਂ ਦੀ ਹੋਏਗੀ। ਇਹਨੂੰ ਤਾਂ ਆਪਾਂ ਹਟਾ ਹੀ ਦਿੰਦੇ ਕਿ ਇਹਦਾ ਲੋੜ ਨਹੀਂ ਹੈਗੀ। ਤਾਂ ਆਪਣੇ ਆਪਣੇ इस पॉइंट को ਇਹਦਾ ਕੋਈ ਨਾ ਪੁਆਇੰਟ C ਲਿਖ ਸਕਦੇ ਹੋ, ਤੁਸੀਂ ਇਹਨੂੰ D ਲਿਖ ਸਕਦੇ ਹੋ। ਤੇ C ਪੁਆਇੰਟ ਤੋਂ D ਪੁਆਇੰਟ ਤੱਕ ਦਾ ਜਿਹੜਾ ਨੈਟ ਰੈਜ਼ਿਸਟੈਂਸ ਆ ਬੱਚੇ, R plus R ਕਿੰਨਾ ਹੋ ਗਿਆ, ਉਹ 2R। ਤੇ ਇਹਦੇ ਵਿਚਕਾਰ ਵੀ ਇੱਕ ਰੈਜ਼ਿਸਟੈਂਸ ਹੈ ਤੇ ਦੈਟ ਇਜ਼ R, C and D, ਠੀਕ ਹੈ ਜੀ। here is also resistance R, here is a point A, here is a point B। ਇਹਦੇ ਵਿਚਕਾਰ ਦਾ ਵੀ ਰੈਜ਼ਿਸਟੈਂਸ ਹੈ ਜਿਹੜਾ, ਉਹਦੀ ਜਿਹੜੀ ਨੈਟ ਵੈਲਿਊ ਕਿੰਨੀ ਆ ਗਈ, that is 2R, ਇਹਦੀ ਵੈਲਿਊ ਵੀ ਨੈਟ ਰੈਜ਼ਿਸਟੈਂਸ ਦੀ R, ਤੇ ਇੱਥੇ ਵੀ ਰੈਜ਼ਿਸਟੈਂਸ R। ਹੁਣ ਦੇਖੋ ਜੇ ਅਸੀਂ ਇਹਨਾਂ ਦੋਨੋਂ ਰੈਜ਼ਿਸਟੈਂਸ ਨੂੰ ਦੇਖੀਏ, these are in parallel, similarly these are also in parallel, ठीक है जी। ਤਾਂ ਇਹਨਾਂ ਦੀ ਨੈਟ ਰੈਜ਼ਿਸਟੈਂਸ ਕੱਢ ਲਓ, ਇਹਨਾਂ ਦੋਨਾਂ ਦੀ ਜਿਹੜੀ ਨੈਟ ਹੋਏਗੀ R net, दोनों का प्रोडक्ट that is 2R square upon sum, 2R plus R 3R, R ਨਾਲ R cancel, that is कितना आ गया 2R by 3। सिमिलरली ਇਹਦੀ ਵੀ ਕਿੰਨੀ ਆ ਜਾਏਗੀ, that is 2R by 3। देखो जी ਜਿਹੜਾ 2R by 3 ਇਹ ਰੈਜ਼ਿਸਟੈਂਸ ਇੱਕ ਲੱਗੇਗਾ, ਉਹ ਇਹਨਾਂ ਦੋ ਰੈਜ਼ਿਸਟੈਂਸ ਦਾ ਦੇ ਨਾਲ ਕੀ ਆਏਗਾ, ਸੀਰੀਜ਼ ਚ, ਠੀਕ ਹੈ ਜੀ। that means ਜੇ ਮੈਂ ਤੁਹਾਨੂੰ ਇੱਕ ਡਾਇਗਰਾਮ ਹੋਰ ਪਲੋਟ ਕਰਕੇ ਦਿਖਾਵਾਂ ਤਾਂ ਕੁਝ इतना हो गया कि here is a point A and here is a point B, ਇਹਨਾਂ ਦਾ ਜਿਹੜਾ ਨੈਟ ਰੈਜ਼ਿਸਟੈਂਸ ਆ ਗਿਆ, ਨੈਟ ਰੈਜ਼ਿਸਟੈਂਸ ਤੁਸੀਂ ਕਿਤੇ ਵੀ ਦਿਖਾ ਲਓ, ਸਪੋਜ਼ here ਇਹ ਕਿੰਨਾ ਆ ਗਿਆ, that is 2R by 3 and here is a resistance ਤੇ ਜਿਹੜਾ point C ਸੀ
एक पॉइंट डी सी इन्हां दे रेजिस्टेंस ਨੂੰ ਜਦੋਂ ਤੁਸੀਂ ਸੋਲਵ ਕੀਤਾ दैट इज कितना आया 2r/3 now this resistance r this resistance to r/3 and this resistance r three resistance are in series ਤਾਂ ਬੱਚੇ ਜੇ ਇਹਨਾਂ ਤਿੰਨਾਂ ਦੀ this one this one ਜੇ ਅਸੀਂ r net calculate ਕਰੀਏ series ਦੀ that is r plus r 2r plus 2r/3 that is कितना आ गया 6 plus 2r that is 8r/3 now 8r/3 and 2r/3 are in parallel r net बच्चे कितना आ जाएगा that is 8r/3 into 2r/3 upon 8r/3 plus 2r/3 here ये बन गया अपने को 16r² upon 9 एलसीएम जो लवांगे तो 3 ऊपर आ जाएगा जी अपॉन नीचे रहेगा ये 10r r नॉट r कैंसल ये आ गया अपने को 3 दैट मींस ये अपने को आ गया जी 16r/30 ऑप्शन जो है अपने को 16r/30 ਦੀ 30 ਦੀ ਆਪਸ਼ਨ ਨਹੀਂ ਹੈਗੀ ਇਹਨੂੰ ਡਿਵਾਈਡ ਕਰ ਲੈਣੇ ਆਪਾਂ 2 ਦੇ ਟੇਬਲ ਤੇ that is 15 that means 8r/15 so option number C is a right next question ਵੱਲ ਚੱਲਦੇ ਹਾਂ ਜੀ next question ਹੈ ਜੋ ਉਹਦੇ ਵਿੱਚ ਵੀ ਆਪਣੇ ਕੋਲ ਇੱਕ ਸਰਕਟ ਡਾਇਗਰਾਮ ਗਿਵਨ ਹੈ here we use a 12 volt battery or a cell here the resistance R here is a resistance of 500 ohm here we use a galvanometer here we use another cell of 2 volt नेमिंग कर लेने PQ R यूज कर लिया तो ST कर ठीक है जी करंट चल रहा I तो सर्किट अपन गिवन है ਤੇ ਨਾਲ ਹੀ गिवन है जो ये करंट जो गैल्वेनोमीटर है ये रीडिंग शो कर रहा है 0 दैट मींस इस सर्किट ਦੇ ਵਿੱਚ कोई भी करंट पास नहीं हो रहा सिर्फ करंट इथों आई चले दैट मींस इस जंक्शन ਦੇ अक्रॉस इस साइड कोई करंट नहीं जा रहा दैट मींस पूरा करंट इस सर्किट चो इस तरीके ਨਾਲ फ्लो कर ठीक है जी कहंदे अपन ਨੂੰ फाइंड करने वास्ते की क्या है कहंदे फाइंड द वैल्यू ऑफ R जो ਤੁਸੀਂ R रेजिस्टेंस लगाया ਉਹਦੀ वैल्यू फाइंड करनी बड़ा सिंपल सा क्वेश्चन है किरचॉफ लॉ लगाओ ਤੁਹਾਡੇ ਕੋਲੇ क्वेश्चन आ गया देखो अगर ਤੁਸੀਂ इस R ਨੂੰ कैलकुलेट करना है ठीक है ਤਾਂ ਅਸੀਂ ਇਸ ਲੂਪ ਦੇ ਵਿੱਚ PQST ਦੇ ਵਿੱਚ ਇੱਕ ਕਿਰਚॉफ ਵੋਲਟੇਜ ਲॉ ਅਪਲਾਈ ਕਰਨਾ ਹੈ apply Kirchhoff voltage law in a closed loop PQSTP ਤਾਂ स्टार्ट करते हैं ਆਪਾਂ Q पॉइंट तो ਤਾਂ अपनी डायरेक्शन ये है करंट भी इस साइड जा रहा है तो -500 I फिर -IR फिर नेगेटिव टर्मिनल बैटरी का मिल जाता है आंसर आएगा +12 which is equal to 0 I बचे आगे कॉमन राइट हैंड साइड लेगे नु तो 500 plus R which is equal to 12 this is equation number 1 now ਹੁਣ देखो इस पाथ ਦੇ ਵਿੱਚ इस सर्किट ਦੇ ਵਿੱਚ कोई भी करंट नहीं फ्लो कर गया ਤੇ इस रेजिस्टेंस ਦੇ इस R रेजिस्टेंस ਦੇ पैरेलल ਦੇ ਵਿੱਚ ਇੱਕ ਸੈੱਲ ਲੱਗਿਆ ਹੋਇਆ जिदी वोल्टेज कितनी है 2 वोल्ट दैट मींस ਇਹਦੇ ਅਕ੍ਰੋਸ ਵੋਲਟੇਜ ਕਿੰਨੀ ਹੈ पैरेलल से वोल्टेज सेम होती है तो मैं लिख सकता हूं नाउ तो करंट जो कितना जा रहा है I रेजिस्टेंस कितना R तो वोल्टेज ड्रॉप कितना होगा 2 I दी वैल्यू कितनी होगी दैट इज 2/R इस I दी वैल्यू पुट कर दो इन दिस इक्वेशन तो कितना आ गया 2/R दैट इज 500 plus R which is equal to 12 that is 1000 by R
plus 2 is equal to 12. So 1000 upon r is equal to 10. ਇਹਦਾ ਮਤਲਬ ਬੱਚੇ r ਕਿੰਨਾ ਆ ਗਿਆ, that is 100 ohm. This is the right answer. ਤਾਂ ਇਹ ਤੁਹਾਡਾ ਆਪਸ਼ਨ ਨੰਬਰ ਆ ਗਿਆ ਜੀ ਡੀ। ਦੇਖੋ ਕਿੰਨੇ ਸਿੰਪਲ ਨਿਊਮੈਰੀਕਲਸ ਨੇ, ਅਗਰ ਤੁਹਾਨੂੰ ਕਨਸੈਪਟਸ ਕਲੀਅਰ ਨੇ ਤਾਂ ਤੁਹਾਡੇ ਲਈ ਨਿਊਮੈਰੀਕਲਸ ਬਹੁਤ ਹੀ ਸਿੰਪਲ ਨੇ। ਉਸ ਤੋਂ ਬਾਅਦ ਇੱਕ ਕੁਐਸਚਨ ਹੈ ਉਹ ਐਨਸੀਈਆਰਟੀ ਦਾ ਡਾਇਰੈਕਟ ਕੁਐਸਚਨ ਹੈ, ਉਹ ਤੁਸੀਂ ਖੁਦ ਕਰ ਲਿਓ ਆਪਣੇ ਆਪ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਜੋ ਸਾਨੂੰ ਕੀ ਕਿਹਾ ਹੈ, n electric cells with EMF E and internal resistance R are connected in a closed circuit. n cells ਨੇ ਆਪਣੇ ਕੋਲ, cells n electric cells each with EMF E, internal resistance R are connected in closed circuit. Okay, that means ਆਪਣੇ ਕੋਲ n cells ਨੇ ਜਿਹੜੇ closed circuit ਦੇ ਵਿੱਚ ਇਦਾਂ ਲੱਗਦੇ positive negative positive negative positive negative positive negative up to so on positive negative ਇਦਾਂ ਲੱਗਦੇ ਆ circuit close। ਕਿੰਨੇ cells ਨੇ ਇਹ n cells, ठीक है जी। In this cell A is connected in destructive manner, कहते एक cell है ना विचों ਜਿਹੜਾ destructive manner ਦੇ ਨਾਲ ਕੀ ਹੈ attach ਹੋਇਆ ਹੋਇਆ, that means ਉਹ opposite, ये positive negative ਚੱਲਦੇ ਤਾਂ suppose ਕਰੋ ਵੀ ਇਹਨਾਂ ਵਿੱਚ ਇੱਕ cell ਹੈ, ठीक है, ਜਿਹੜਾ ਹੁਣ negative positive ਹੈ ਤਾਂ ਇਹਨੂੰ ਮੈਂ ਬਿਲਕੁਲ ਲਾਸਟ ਤੇ ਡਰਾ ਕਰਨਾ ਅਗਰ ਤੁਹਾਨੂੰ ਸਮਝਣਾ ਈਜ਼ੀ ਹੋ। अपने को कंटिन्यूअसली पॉजिटिव नेगेटिव सेल चल रहे सी, बट एक सेल की है डिस्ट्रक्टिव मैनर दे विच, मतलब इन्हां तो ऑपोजिट इदां अटैच। देन एक्सेप्ट फॉर सेल ए, इनु कोई सेल ए इन्होंने कहेगा, कहने इनु छड्ड के द इलेक्ट्रिक पोटेंशियल फॉर ईच सेल इज, हर एक सेल दे लई जिहड़ा की है कितना पोटेंशियल होएगा वो फाइंड कर, पोटेंशियल फॉर ईच सेल। देखो बच्चे पोटेंशियल सानू पता है, देखो सर्किट क्लोज है तो करंट फ्लो करेगा, तो आपको पता है E इज इक्वल टू की पढ़ा आप V प्लस आई आर, इसका मतलब जे असी पोटेंशियल फाइंड करना दैट मींस E माइनस आई आर। सेल दी EMF अपन कितनी गिवन है दैट इज E, इंटरनल रेजिस्टेंस गिवन है दैट इज R, इसका मतलब EMF E है, इंटरनल रेजिस्टेंस R है, सानू की कैलकुलेट करना पऊगा करंट। जे असी करंट कैलकुलेट कर ले दैट मींस असी पोटेंशियल ਜਿਹੜਾ ਕੀ ਹੈ ਹਰ ਇੱਕ ਸੈੱਲ ਦੇ ਅਕ੍ਰੋਸ ਫਾਈਂਡ ਕਰ ਲਾਂਗੇ। ਤਾਂ ਦੇਖੋ ਹੁਣ ਥੋੜੇ ਜਿਹੇ ਕਿਵੇਂ ਲਿਖਾਂਗੇ, ਜਿਹੜਾ ਓਮਸ ਲਾਅ ਕਹਿੰਦਾ ਜਿਹੜਾ E ਨੈਟ ਹੁੰਦਾ ਉਹ ਹੁੰਦਾ I ਸੀਰੀਜ਼ ਦਾ ਕਰੰਟ ਸੇਮ ਰਹੇਗਾ ਇਨਟੂ R net, ਠੀਕ ਹੈ ਜੀ। दैट मींस करंट इज इक्वल टू कितना हो गया बच्चे E net अपॉन R net। देखो मैं ਤੁਹਾਨੂੰ ਦੱਸਿਆ ਵੀ ਜੇ ਸੈੱਲਸ ਲੱਗੇ ਹੋਣ ਪੋਜ਼ਿਟਿਵ 네ਗੇਟਿਵ ਪੋਜ਼ਿਟਿਵ 네ਗੇਟਿਵ ਪੋਜ਼ਿਟਿਵ, ਮਤਲਬ ਪੋਜ਼ਿਟਿਵ 네ਗੇਟਿਵ, ਤੇ ਜਿੰਨੇ ਵੀ ਸੈੱਲਸ ਜੇ E1 ਹੈ ਇਹਦੀ EMF E2 ਹੈ ਇਹਦੀ EMF E3 ਹੈ, ਤੇ ਸਾਰਿਆਂ ਨੂੰ ਕੀ ਕਰ ਦੋ ਐਡ ਕਰ ਦੇਣਾ ਬਸ ਸੀਰੀਜ਼ ਚ ਹਮੇਸ਼ਾ ਹੀ। ਹੁਣ ਐਜ਼ ਇਟ ਇਜ਼ n ਸੈੱਲਸ ਨੇ ਜਿਨ੍ਹਾਂ ਵਿੱਚੋਂ ਇੱਕ ਸੈੱਲ ਆਪੋਜ਼ਿਟ ਪੋਲੈਰਿਟੀ ਦਾ, ਤਾਂ ਦੇਖੋ ਬੱਚੇ ਜੇ n ਸੈੱਲਸ ਦੀ ਜਿਹੜੀ EMF ਉਹ NE ਹੈ ਬਟ ਇੱਕ ਦੀ ਆਪੋਜ਼ਿਟ ਹੈ ਤਾਂ ਉਹਦੀ EMF ਵਿੱਚੋਂ ਕੀ ਹੋ ਜੂਗੀ ਮਾਈਨਸ। मतलब तुसी ये मान के चलो भी जो 10 सैल ने पॉजिटिव नेगेटिव पॉजिटिव नेगेटिव पॉजिटिव नेगेटिव पॉजिटिव नेगेटिव इस तरीके नाल 10 सैल ने, ते जेड़ा 11वां सैल है नेगेटिव पॉजिटिव है, तो आपां की करांगे आपां करांगे 10E दे विचों -E कर दांगे, मतलब 9E रह जाऊगा। सेम ही कांसेप्ट में इत्थे लगाया, ठीक है। ते रेजिस्टेंस तो सारियां दा ऐड ही होएगा, इसदा मतलब NE -E, सॉरी इत्थे थोड़ा एक तरीका होर तुहानूं थोड़ा ध्यान रखना पऊगा। आ देखो अभी मैं थोड़ा गलत लिख गया जी, देखो अपने को मैं दोबारा एग्जांपल लेके समझाऊंगा। जो मान लो अपने को मान लो 4 सैल ने 1 2 3 4 5 ने, ਹੁਣ देखो 4 ਦੀ पोलैरिटी सेम है, 5वें ਦੀ ਆਪੋਜ਼ਿਟ है। ਹੁਣ ਸੈੱਲ ਤਾਂ ਆਪਣੇ ਕੋਲੇ 5 ਨੇ ਨਾ टोटल,
टोटल सैल कितने ने 5 सैल जिन्हां दे विचों 4 सैल दी EMF पॉजिटिव नेगेटिव टर्मिनल इदां ने मतलब की करांगे 4E आ गई उन्हां दी EMF ਉਹਦੇ ਵਿੱਚੋਂ ਅਸੀਂ ਕੀ ਕਰਾਂਗੇ ਇੱਕ ਦੀ ਮਾਈਨਸ ਕਰਾਂਗੇ ਤਾਂ ਬੱਚੇ ਇੱਥੇ n ਸੈੱਲ ਸੀ ਟੋਟਲ ਜਿਨ੍ਹਾਂ ਦੇ ਵਿੱਚੋਂ ਜਿਹੜੇ n-1 ਸੈੱਲ ਨੇ ਉਹਨਾਂ ਦੀ ਪੋਲੈਰਿਟੀ ਕੀ ਹੈ सेम है मतलब पॉजिटिव नेगेटिव तो बच्चे E नेट फिर कितना आएगा देखो n-1 सेल्स दी EMF की होगी n-1 इनटू ही है ना देखो जिवें 5 सैल सी तां 4 दी सेम है तो 4 ही जे n सैल ने तो n-1 दी सेम है दैट मींस की आ गया n-1 ही ਉਹਦੇ ਵਿੱਚੋਂ ਅਸੀਂ ਲਾਸਟ ਵਾਲੀ ਸੈੱਲ ਦੀ EMF ਕੀ ਕਰਤੀ ਮਾਈਨਸ ਇਸ ਚੀਜ਼ ਦਾ ਧਿਆਨ ਰੱਖਣਾ ਠੀਕ ਹੈ ਜੀ ਤਾਂ ਹੁਣ ਕਰੰਟ ਇਜ਼ ਇਕੁਅਲ ਟੂ ਕੀ ਆ ਗਿਆ ਜੀ n-1 E minus E resistance हमेशा ऐड होंगे ने किन्ने resistance ने n सीरीज में E बचे एक कॉमन that is E बन गया n minus 2 upon n तो इस I दी वैल्यू बचे तुसी पुट कर दो इन इक्वेशन 1 जो 1 नंबर इक्वेशन च पुट करोगे तो उन्होंने सॉल्व कर लांगे सॉल्व करके तुहाडे कोले आंसर आ जाएगा ऑप्शन नंबर A that is 2E by n ये तुसी सॉल्व कर ठीक है जी चलो नेक्स्ट चलते नेक्स्ट अपन कर रहे हैं two cells of EMF 10 volt internal resistance 2 ohm and EMF 4 volt internal resistance 1 ohm are connected with 20 ohm resistance shown in figure the current flowing through 20 ohm देखो बिल्कुल फिर किरचॉफ लॉ का क्वेश्चन है एक सुनो सर्किट गिवन है इधर तो नाल सेल्स ने सेल दी इंटरनल रेजिस्टेंस भी गिवन ने इस तरह सर्किट गिवन है ये है जी 20 ओम ये सेल है 10 वोल्ट का EMF E1 जिदी इंटरनल रेजिस्टेंस जिदा है 2 ओम सेल जो सेकंड है जी इदी EMF है 4 वोल्ट जो इदा इंटरनल रेजिस्टेंस है R2 दैट इज 1 ओम कहते करंट फ्लोइंग थ्रू तो ਅਸੀਂ ਇਹ ਦੱਸਣਾ ਵੀ ਇਸ रेजिस्टेंस R ਦੇ ਵਿੱਚੋਂ 20 ओम ਦੇ ਵਿੱਚੋਂ ਕਿੰਨਾ ਕਰੰਟ ਫਲੋ ਕਰੇਗਾ तो वेरी सिंपल देखो इथों सपोज कर लो करंट I1 आ रहे इथों सपोज कर लो करंट I2 जा रहे दैट मींस एक करंट I1 आएगा एक करंट I2 आएगा इस जंक्शन ਦੇ दोनों की हो जाएंगे ऐड होके I दैट मींस I बचेगी हो गया I1 plus I which is very simple ਤੁਸੀਂ ਕੀ ਅਪਲਾਈ ਕਰਨਾ ਹੈ ਕਿਰਚੌਫ ਵੋਲਟੇਜ ਲੋ ਇੱਕ ਵਾਰੀ ਤੁਸੀਂ ਇਸ ਲੂਪ ਚ ਅਪਲਾਈ ਕਰ ਦਿਓ ਇੱਕ ਵਾਰੀ ਇਸ ਅਪਲਾਈ ਲੂਪ ਚ ਅਪਲਾਈ ਕਰ ਦਿਓ I1 I2 ਦੀ ਵੈਲਿਊ ਆ ਜੂਗੀ ਐਡ ਕਰ ਦਿਓ ਤੁਹਾਡੇ ਕੋਲ ਆਂਸਰ ठीक है जी नेक्स्ट नेक्स्ट अपन कह रहे हैं when 5 ohm resistance is in one branch and R resistance is in other branch of Wheatstone bridge the null point is obtained at a distance L देखो Wheatstone bridge ਦੇ ਵਿੱਚ ਅਸੀਂ ਇੱਕ ਤਾਂ resistance इस जगह ਤੇ ਲਗਾਉਂਦੇ ਸੀ ਹੈ ਨਾ फिर एक रेजिस्टेंस ਅਸੀਂ इस जगह ਤੇ ਲਗਾਉਂਦੇ ਸੀ ठीक है ਇੱਥੇ ਸਾਡੇ ਕੋਲ ਹੁੰਦੀ ਸੀ ਗੈਲਵੇਨੋਮੀਟਰ ठीक है ਤੇ ਇੱਥੇ ਸਾਡੇ ਕੋਲ ਸਕੇਲ ਲੱਗਿਆ ਹੁੰਦਾ ਸੀਗਾ ਤੇ ਇੱਥੇ ਹੁੰਦੀ ਸੀ ਵਾਇਰ ਤੇ ਗੈਲਵੇਨੋਮੀਟਰ ਤੋਂ ਇੱਕ ਜੌਕੀ ਹੁੰਦੀ ਸੀ ਤੇ ਇਸ ਵਾਇਰ ਦੀ ਲੈਂਥ ਕੀ ਹੁੰਦੀ ਹੈ 100 ਸੈਂਟੀਮੀਟਰ that means 1 meter that's we call is meter bridge ਤਾਂ ਕਹਿੰਦੇ ਕਿਸੇ ਲੈਂਥ L1 ਤੇ ਤੁਹਾਡੇ ਕੋਲੇ ਗੈਲਵੇਨੋਮੀਟਰ ਕਿੰਨਾ ਕਰੰਟ ਸ਼ੋ ਕਰ ਰਿਹਾ 0 मतलब ਨਲ ਪੁਆਇੰਟ ਆ ਰਿਹਾ ठीक है उस टाइम ਤੇ ਜਿਹੜਾ ਇੱਕ ਰੈਜ਼ਿਸਟੈਂਸ ਇੱਕ ਸਾਈਡ ਲਾਇਆ ਹੋਇਆ 5 ਇੱਕ ਸਾਈਡ ਤੇ ਲਾਇਆ ਹੋਇਆ R ठीक है जी if another resistance R ohm is connected in parallel with R ਕਹਿੰਦੇ ਸੈਕੰਡ ਕੇਸ ਇਹ ਫਸਟ ਕੇਸ ਹੈ ਸੈਕੰਡ ਕੇਸ ਦੇ ਵਿੱਚ ਕੀ ਕੀਤਾ ਆ ਤਾਂ ਰੈਜ਼ਿਸਟੈਂਸ 5 ohm ਦਾ ਹੀ ਹੈ ਜਿਹੜਾ ਰੈਜ਼ਿਸਟੈਂਸ R ਸੀਗਾ ਇਸ R ਦੇ ਪੈਰਲਲ ਦੇ ਵਿੱਚ ਇੱਕ ਰੈਜ਼ਿਸਟੈਂਸ R ਹੋਰ ਲਗਾਤਾ
डेफिनेटली अपन पता नल पॉइंट की हो जाएगा शिफ्ट हो जाएगा, नल पॉइंट की हो जाएगा शिफ्ट। तो गैल्वेनोमीटर जो कि मान लो इत्थे, ठीक है। तो कहते जी ये लेंथ है ना, ये लेंथ हैगी हुण 1.6 ऑफ L1 एंड लेंथ, ठीक है। सारी डिस्टेंस कितना होता अपने को, दैट इज 100 सेंटीमीटर। तो बच्चे की करेंगे, देखो अपने को फॉर्मूला की हुंदा सीगा, this resistance upon this upon this, ਆਪਾਂ ਕੀ ਲਿਖਾਂਗੇ ਇਹਨੂੰ 5 upon L1 which is equal to R upon, ਇਹ ਕਿੰਨਾ ਆ ਜਾਊਗਾ 100 minus L1, this equation नंबर। फिर ना देखो दो रेजिस्टेंस पैरेलल च ने, ਤੇ ਇਹਨਾਂ ਦਾ नेट रेजिस्टेंस कितना होगा, that is R/2, ਤੇ ਬੱਚੇ ਇਹ ਕਿੰਨਾ ਆ ਜਾਊਗਾ, that is 5 upon 1.6 of L1 which is equal to इधर कितना आ जाएगा R upon 2 into 100 minus 1.6 of L, इक्वेशन नंबर है 2, ठीक है जी। इसी फाइंड की करना है, देन द वैल्यू ऑफ R, ਅਸੀਂ R ਦੀ वैल्यू कैलकुलेट करनी। ਤਾਂ ਦੇਖੋ ਇਹਨੂੰ ਕਰਨ ਵਾਸਤੇ ਤੁਸੀਂ ਕੀ ਕਰੋਗੇ, ਇਹਨੂੰ ਸੋਲਵ ਕਰ ਲਓ, ਅਸੀਂ ਇੱਥੇ L1 ਦੀ वैल्यू कैलकुलेट कर ਲਾਂਗੇ। ਤਾਂ ਇਹਨੂੰ ਬੱਚੇ ਇਸ ਸਾਈਡ मींस ये लिख लो भी ਜਿਹੜਾ R है, R is equal to कितना होगा, that is 500 minus L1 upon L1, ठीक है। ਜਾਂ L1 ਦੀ वैल्यू ਤੁਸੀਂ कैलकुलेट कर लो, इजी हो जाएगा थोड़ा। L1 कितना आ गया, that is 100 minus L1 5 upon R, इस L1 ਦੀ वैल्यू ਅਸੀਂ पुट कर देंगे इस प्लेस, ठीक है। इन्हें सॉल्व करोगे, जो इन्हें सॉल्व करोगे तो सॉल्व करके ਤੁਹਾਡੇ ਕੋਲ ਕੀ ਹੈ आंसर इन्हें ਤੁਸੀਂ फाइंड आउट कर सकते।